ਸਾਰਿਆਂ ਨੂੰ ਮੇਰੇ ਵੱਲੋਂ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਗੱਲ ਕਰਨ ਜਾ ਰਿਹਾ ਖੇਤੀ ਖੋਜ, ਕਿਉਂਕਿ ਖੇਤੀ ਖੋਜ ਦੇ ਵਿੱਚ ਹੁਣ ਨਿੱਜੀਕਰਨ ਵੱਲ ਵਾਧਾ ਹੋ ਰਿਹਾ ਹੈ। ਇਸ ਵੇਲੇ ਜਿਹੜੀ ਇੱਕ ਪਿੱਛੇ ਖਬਰ ਆਈ ਸੀ ਕਿ ਜਿਹਦੇ ਵਿੱਚ ਸਾਡੀ ਸਰਵੋੱਚਤਮ ਸੰਸਥਾ ICAR ਦੇ ਮੁੱਖ ਸੰਚਾਲਕ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ICAR ਜਿਹੜਾ ਹੈਗਾ ਉਹ ਸਾਡੀ ਸਰਵੋੱਚਤਮ ਸੰਸਥਾ ਪ੍ਰਾਈਵੇਟ ਕੰਪਨੀਆਂ ਨਾਲ ਰਲ ਕੇ ਖੇਤੀ ਖੋਜ ਕਰੇਗੀ। ਪਸਾਰ 'ਚ ਤਾਂ ਆਲਰੇਡੀ ਇਹ ਕੰਮ ਕਰ ਹੀ ਰਹੇ ਹੈਗੇ ਹੈ, ਟਿੰਗ 'ਚ ਵੀ ਆ ਗਏ ਹੈ, ਠੀਕ ਹੈ। ਮੰਡੀਕਰਨ ਮਾਰਕੀਟਿੰਗ ਹੈ ਹੀ ਤਕਰੀਬਨ ਇਹਨਾਂ ਕੋਲੇ, ਕਾਰਪੋਰੇਟ ਕੋਲੇ। ਹੁਣ ਇਹ ਪ੍ਰਾਈਵੇਟ ਕੰਪਨੀਆਂ ਖੋਜ ਵੀ ਨਾਲ ਰਲ ਕੇ ਕਰਨਗੀਆਂ। ਇਸ ਵੇਲੇ ਗੱਲ ਉਸ ਸੰਸਥਾ ਦੀ ਹੋ ਰਹੀ ਹੈ ਜਿਹੜੀ ਦੇਸ਼ ਦੀ ਸਰਵੋੱਚਤਮ ਸੰਸਥਾ ਹੈ ਅਤੇ ਉਹ ਸਭ ਤੋਂ ਵਧੀਆ ਕੰਮ ਕਰ ਰਹੀ ਹੈਗੀ ਹੈ। ਦੁਨੀਆ ਭਰ ਵਿੱਚ ਉਹਦਾ ਨਾਮ ਹੈ ਅਤੇ ਉਹਦੇ ਕੋਲੇ ਇਸ ਵਕਤ ਇਨਫਰਾਸਟਰਕਚਰ ਇੰਨਾ ਕੁ ਵਧੀਆ ਕਿ ਹਰ ਫਸਲ ਪਸ਼ੂ ਦੀ ਖੋਜ ਲਈ ਉਹਨਾਂ ਕੋਲੇ ਇੱਕ ਸੰਸਥਾ ਹੈਗੀ ਹੈ। ਪੂਰੇ ਦੇਸ਼ ਪੱਧਰ 'ਤੇ ਉਹਨਾਂ ਦਾ ਨੈਟਵਰਕ ਫੈਲਿਆ ਹੋਇਆ। ਉਹਦੇ ਨਾਲ 113 ਖੋਜ ਕੇਂਦਰ ਹੈ ਅਤੇ 71 ਯੂਨੀਵਰਸਿਟੀਆਂ, ਜਿਨ੍ਹਾਂ ਵਿੱਚੋਂ ਕੋਈ ਖੋਜ ਕੇਂਦਰ ਅਤੇ ਯੂਨੀਵਰਸਿਟੀਆਂ ਦਾ ਨਾਮ ਵਿਸ਼ਵ ਦੇ ਵਿੱਚ ਉੱਪਰਲੀਆਂ ਸੰਸਥਾਵਾਂ ਦੇ ਵਿੱਚ ਆਉਂਦਾ ਅਤੇ ਉਹਨਾਂ ਦੀ ਰਿਸਰਚ ਨੂੰ ਮੰਨਿਆ ਜਾਂਦਾ। ਹੁਣ ਇਹ ਸਾਰੇ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਸਮਝ ਨਹੀਂ ਆ ਰਹੀ ਕਿ ਇਹੋ ਜਿਹੀ ਸੰਸਥਾ ਨੂੰ ਇਹਦੀ ਲੋੜ ਕੀ ਹੈ, ਕਿਉਂ ਅਸੀਂ ਨਿੱਜੀਕਰਨ ਦੇ ਵਿੱਚ ਜਾ ਰਹੇ ਹਾਂ। ਹਾਂ, ਜੇ ਪ੍ਰਾਈਵੇਟ ਕੰਪਨੀਆਂ ਨੂੰ ਲੋੜ ਹੈ ਤਾਂ ਉਹ ਪਹਿਲਾਂ ਵੀ ਹੋ ਕੀ ਰਿਹਾ ਕਿ ਉਹ ਇੱਕ ਪ੍ਰੋਜੈਕਟ ਜਿਹੜਾ ਉਹਨਾਂ ਨੇ ਇਹਨਾਂ ਤੋਂ ਕਰਾਉਣਾ ਹੁੰਦਾ, ਉਹ ਇਹਨਾਂ ਤੋਂ ਕਰਾਉਣ ਲਈ ਉਹਨੂੰ ਪ੍ਰੋਜੈਕਟ ਬਣਾ ਕੇ ਦੱਸਦੇ ਆ ਕਿ ਸਾਨੂੰ ਆਹ ਚੀਜ਼ ਕਰ ਦਿਓ, ਉਹਦੇ ਲਈ ਉਹ ਸਪੋਂਸਰ ਕਰਦੇ ਆ ਅਤੇ ਇਹ ਕਰਕੇ ਦਿੰਦੇ ਆ। ਸੋ ਉਹਨਾਂ ਦਾ ਕੰਮ ਤਾਂ ਉੱਥੇ ਹੋ ਹੀ ਜਾ ਰਿਹਾ। ਇਸ ਵਕਤ ਉਹਨਾਂ ਨੇ ਨਾਲ ਹੀ ਗੱਲ ਕਹੀ ਕਿ ਹੁਣ ਜਿਹੜਾ ਕੰਮ ਚੱਲ ਰਿਹਾ ਹੈਗਾ ਉਹਦੇ ਵਿੱਚ ਇਹ ਦੇਖਣਾ ਹੈਗਾ ਕਿ ਜਿਹੜੀ ਖੋਜ ਅਸੀਂ ਸਾਰੇ ਹੁਣ ਇਕੱਠੇ ਹੋ ਕੇ ਜਦੋਂ ਰਲ ਕੇ ਕਰਾਂਗੇ ਉਹਦੇ ਵਿੱਚ ਰਾਇਲਟੀ ਕਿਵੇਂ ਵੰਡਣੀ ਹੈ, ਠੀਕ ਹੈ। ਯਾਨੀ ਕਿ ਜਦੋਂ ਪੇਟੈਂਟ ਲੈ ਲਿਆ ਤਾਂ ਮਤਲਬ ਕਿ ਉਸ ਚੀਜ਼ ਨੂੰ ਹੋਰ ਕੋਈ ਪੈਦਾ ਨਹੀਂ ਕਰ ਸਕਦਾ। ਕੰਪਨੀ ਦੀ ਮਰਜ਼ੀ ਤੋਂ ਬਿਨਾਂ ਨਾ ਕੋਈ ਕਿਸਾਨ ਨਾ ਕੋਈ ਹੋਰ ਬਰੀਡਰ ਕੋਈ ਵਰਤ ਨਹੀਂ ਸਕਦਾ ਉਸ ਖੋਜ ਵਾਲਿਆਂ ਤੋਂ ਪਰਮਿਸ਼ਨ ਲਏ ਬਿਨਾਂ। ਅਤੇ ਉਹਨਾਂ ਨੂੰ ਜਿਹੜੀ ਪੈਸੇ ਉਹ ਮੰਗਣਗੇ ਉਹ ਦੇਣੇ ਪੈਣਗੇ। ਜਿਹੜੀ ਉਹ ਪੈਸੇ ਆਉਣਗੇ ਉਹਨੂੰ ਰਾਇਲਟੀ ਕਹਿੰਦੇ ਆ ਅਤੇ ਉਹਨੂੰ ਵੰਡਣਾ ਕਿਵੇਂ ਹੈ। ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਦੇ ਸਾਇੰਟਿਸਟ ਵੀ ਇਸ ਅਦਾਰੇ ਦੇ ਜਿੰਨੇ ਆਧੁਨਿਕ ਖੋਜ ਕੇਂਦਰਾਂ ਦੇ ਇਨਫਰਾਸਟਰਕਚਰ ਹੈਗਾ, ਲੈਬੋਰਟਰੀਆਂ ਹੈਗੀਆਂ, ਉਹਨੂੰ ਵਰਤ ਕੇ ਖੋਜ ਕਰ ਸਕਦੇ। ਯਾਨੀ ਕਿ ਉਹਨਾਂ ਨੂੰ ਇੱਕ ਬਣਿਆ ਬਣਾਇਆ ਲੋਕਾਂ ਦੇ ਪੈਸੇ ਦਾ ਇੱਕ ਨੈਟਵਰਕ ਮਿਲ ਗਿਆ ਆਪਣੀ ਖੋਜ ਕਰਨ ਨੂੰ, ਜਿਹਦੇ ਬਾਅਦ 'ਚੋਂ ਉਹਨਾਂ ਨੇ ਪੈਸੇ ਲਾ ਕੇ ਸਾਨੂੰ ਖੋਜ ਦੇਣੀ ਹੈ। ਸੋ ਇਹ ਇੱਕ ਬੜੀ ਵੱਡੀ ਗੱਲ ਸਮਝਣ ਵਾਲੀ ਹੈਗੀ ਹੈ ਕਿ ਇਹ ਸਿਸਟਮ ਚੱਲ ਕਿੱਧਰ ਨੂੰ ਰਿਹਾ। ਜਦ ਕਿ ਇਹ ਸੰਸਥਾ ਦਾ ਜੇ ਥੋੜ੍ਹੀ ਜਿਹੀ ਮੈਂ ਹੁਣ ਬਜਟ ਦੇ ਹਿਸਾਬ ਨਾਲ ਜ਼ਿਕਰ ਕਰਾਂ ਤਾਂ ਜਿਹੜਾ ਸਾਡਾ ਖੇਤੀ ਦਾ ਬਜਟ ਹੈ ਉਹ ਤਕਰੀਬਨ 1,25,000 ਕਰੋੜ ਦੇ ਕਰੀਬ ਹੈਗਾ ਸਾਲਾਨਾ ਬਜਟ। ਉਹਦੇ 'ਚੋਂ 9504 ਕਰੋੜ ਜਿਹੜਾ ਹੈਗਾ ਉਹ ਖੇਤੀ ਖੋਜ ਲਈ ਜਾਂਦਾ। ਜਿਹੜਾ ਉਹ ਬਜਟ ਖੇਤੀ ਖੋਜ ਲਈ ਜਾਂਦਾ ਉਹਦੇ 'ਚੋਂ ਖੇਤੀ ਖੋਜ ਹੋ ਰਹੀ ਹੈ। ਅਤੇ ਜੇ ਮੈਂ 2014 ਤੋਂ ਲੈ ਕੇ 2022 ਦਾ ਡਾਟਾ ਲਵਾਂ ਤਾਂ ਇਸ ਜਿਹੜੀ ਅਦਾਰਿਆਂ ਨੇ ਅਤੇ ਹੋਰ ਅਦਾਰਿਆਂ ਨੇ ਮਿਲ ਕੇ ਤਕਰੀਬਨ 1950 ਨਵੀਆਂ ਵਰਾਇਟੀਆਂ ਫਸਲਾਂ ਦੀਆਂ ਕੱਢੀਆਂ ਹੈਗੀਆਂ, ਜਿਹਦੇ 'ਚੋਂ 86% ਵਰਾਇਟੀਆਂ ਇਸ ਸੰਸਥਾ ਨੇ ਕੱਢੀਆਂ ਹੈਗੀਆਂ। ਤਾਂ ਉਹਦੇ ਵਿੱਚੋਂ ਵੀ ਗੱਲ ਅੱਗੇ ਟੋਟਲ ਦੇ ਵਿੱਚੋਂ ਜੇ 1950 'ਚੋਂ ਤਕਰੀਬਨ 1650 ਵਰਾਇਟੀਆਂ ਇਹੋ ਜਿਹੀਆਂ ਹੈਗੀਆਂ ਕਿ ਵਾਤਾਵਰਨ ਜਿਹੜਾ ਬਦਲਾਵ ਆ ਰਿਹਾ ਹੈਗਾ, ਕਲਾਈਮੇਟ ਚੇਂਜ ਹੋ ਰਹੀ ਹੈ, ਉਹਦੇ ਨਾਲ ਕਿਵੇਂ ਉਹ ਜਿਹੜੀਆਂ ਫਸਲਾਂ ਉਹਨਾਂ ਦੀ ਮਾਰ ਝੱਲ ਸਕਦੀਆਂ ਅਤੇ ਉਹਦੇ ਲਈ ਉਹ ਕੱਢੀਆਂ ਗਈਆਂ। ਸੋ ਇਹ ਤਾਂ ਕੰਮ ਬਹੁਤ ਵਧੀਆ ਹੋ ਰਿਹਾ। ਫਿਰ ਇਹਦੇ 'ਚ ਨਿੱਜੀਕਰਨ ਦੀ ਲੋੜ ਕੀ ਪੈ ਗਈ? ਗੱਲ ਇੱਥੇ ਥੋੜ੍ਹੀ ਜਿਹੀ ਪਿਛੋਕੜ ਦੀ ਜਾਈਏ ਤਾਂ ਜੇ ਫਰਵਰੀ 2023 ਦੇ ਵਿੱਚ ਗੇਟਸ ਜਿਹੜੀ ਫਾਊਂਡੇਸ਼ਨ ਦੇ ਚੇਅਰਮੈਨ ਹੈਗੇ ਆ ਬਿਲ ਗੇਟਸ, ਉਹ ਭਾਰਤ ਆਏ ਅਤੇ ਉਹਨਾਂ ਨੇ IARI ਜਿਹਨੂੰ ਪੂਸਾ ਇੰਸਟੀਟਿਊਟ ਵੀ ਕਹਿੰਦੇ ਹੈਗੇ ਆ, ਉਹ ਵਿਜ਼ਿਟ ਕੀਤਾ। ਉੱਥੇ ਉਹਨਾਂ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਕਿ ਉਹਨਾਂ ਦੀ ਖੁਆਇਸ਼ ਹੈ ਕਿ ਉਹ ਜਿਹੜੇ ਵਾਤਾਵਰਨ ਲਈ ਕੰਮ ਕਰਨ, ਵਾਤਾਵਰਨ ਦੇ ਅਨੁਕੂਲ ਅਸੀਂ ਫਸਲਾਂ ਕੱਢੀਆਂ ਉਹਦੇ 'ਚੋਂ ਯੋਗਦਾਨ ਪਾਉਣ, ਉਹਦੇ 'ਚੋਂ ਚੀਜ਼ ਕਰਨ। ਹੱਲ ਵਧੀਆ, ਜੇ ਉਹਨਾਂ ਨੇ ਯੋਗਦਾਨ ਪਾਉਣਾ ਤਾਂ ਉਹ ਤਾਂ ਆਪਣੀ ਸੰਸਥਾ ਦੇ ਥਰੂ ਆਪ ਹੀ ਨਵੀਂ ਖੋਜ ਕਰਾ ਸਕਦੇ। ਉਹਨਾਂ ਨੂੰ ICAR ਜਾਂ ਕਿਸੇ ਦੀ ਲੋੜ ਕੀ ਹੈ ਅਤੇ ਜਿੰਨਾ ਮਰਜ਼ੀ ਲੋਕਾਂ ਨੂੰ ਵੰਡਣ, ਕਿਉਂਕਿ ਉਹ ਦੁਨੀਆ ਦੇ ਅਮੀਰ ਬੰਦੇ ਹੈਗੇ ਆ। ਦੂਜਾ, ਉਹਨਾਂ ਦੀ ਜਿਹੜੀ ਅਮਰੀਕਾ ਦੇ ਵਿੱਚ ਵੀ ਸਭ ਤੋਂ ਵੱਡੇ ਕਿਸਾਨਾਂ ਦੇ ਵਿੱਚ ਹੈਗੇ ਆ ਉਹ। ਸੋ ਸਭ ਤੋਂ ਵੱਡਾ ਜਿਹੜਾ ਫਾਰਮ ਹੈ ਉਹਨਾਂ ਕੋਲ ਹੈਗਾ ਅਮਰੀਕਾ 'ਚ। ਸੋ ਉਹਨਾਂ ਦੀ ਤਾਂ ਅਲੱਗ ਇੱਕ ਤਰ੍ਹਾਂ ਦੀ ਹੈਗੀ ਹੈ। ਇੱਥੇ ਜਿਹੜਾ ਸਿਸਟਮ ਹੈਗਾ ਇੱਥੇ ਉਹ ਛੋਟੇ ਕਿਸਾਨ ਹੈ ਜਿਹੜੇ ਵਿਚਾਰੇ
ਨਹੀਂ ਇਹੋ ਜਿਹੀ ਖੋਜ ਜਾਂ ਕਰ ਸਕਦੇ, ਪਰ ਉਹਨਾਂ ਨੂੰ ਖੋਜ ਵੀ ਜਿਹੜੀ ਹੈ ਫਿਰ ਮੁਫਤ ਦੇਣੀ ਪਊਗੀ, ਰਾਇਲਟੀ ਨਹੀਂ ਉਹਦੇ 'ਚੋਂ ਹੋ ਸਕਦੀ। ਸੋ ਗੱਲ ਕਿਤੇ ਨਾ ਕਿਤੇ ਇਹ ਹੈ ਕਿ ਕਾਰਪੋਰੇਟ ਚਾਹੇ ਉਹ ਕਿਤੇ ਵੀ ਹੋਣ, ਚਾਹੇ ਉਹ ਬਾਹਰਲੇ ਹੋਣ, ਚਾਹੇ ਉਹ ਸਾਡੇ ਹੋਣ, ਉਹ ਖੇਤੀ ਨੂੰ ਕੰਟਰੋਲ ਕਰਨਾ ਚਾਹੁੰਦੇ ਹੈ। ਇਹੀ ਚੀਜ਼ ਖੇਤੀ ਕਾਨੂੰਨਾਂ ਵੇਲੇ ਸੀਗੀ, ਜਿਹੜੇ ਰੱਦ ਹੋ ਗਏ ਕਾਨੂੰਨ, ਅੱਜ ਨਹੀਂ ਹੈ। ਪਰ ਉੱਧਰੋਂ ਇਹਨਾਂ ਦੀ ਦਾਲ ਨਹੀਂ ਗਲੀ, ਅੱਜ ਇਹ ਟੇਢੇ ਢੰਗ ਤਰੀਕੇ ਨਾਲ ਹੁਣ ਖੇਤੀ ਜਦੋਂ ਖੋਜ ਕੰਟਰੋਲ ਕਰ ਲਈ, ਯਾਨੀ ਖੇਤੀ 'ਤੇ ਆ ਗਏ। ਹੁਣ ਇਹਦਾ ਥੋੜ੍ਹਾ ਜਿਹਾ ਚੌਕੜ ਵੀ ਲਓ, ਕਿਉਂਕਿ ਵਰਲਡ ਬੈਂਕ ਸ਼ੁਰੂ ਤੋਂ ਕਹਿ ਰਿਹਾ ਕਿ ਜਿਹੜੇ ਸਾਡੇ ਕਿਸਾਨ ਹੈ, 2008 ਦੀ ਜਿਹੜੀ ਚਿੱਠੀ ਆ ਉਹ ਕਹਿੰਦੀ ਹੈ ਕਿ ਭਾਰਤ ਦੇ ਕਿਸਾਨ ਜਿਹੜੇ ਅਕੁਸ਼ਲ ਹੈ, ਯਾਨੀ ਕਿ ਇਨਐਫੀਸ਼ੀਐਂਟ ਹੈ, ਉਹ ਪੈਦਾਵਾਰ ਨਹੀਂ ਕਰ ਸਕਦੇ, ਅਤੇ ਜ਼ਮੀਨ ਇੱਕ ਪੈਦਾਵਾਰ ਦਾ ਵਧੀਆ ਸਰੋਤ ਹੈ, ਇਹਨਾਂ ਦੇ ਹੱਥ 'ਚੋਂ ਕੱਢੀ ਜਾਵੇ। ਗੱਲ ਇਹ ਹੈ ਕਿ ਬਈ ਇੱਕ ਚੀਜ਼ ਦੇਖੋ ਕਿ ਇਹ ਕਿਸਾਨ ਉਹੀ ਹਨ ਜਿਨ੍ਹਾਂ ਨੇ ਭਾਰਤ ਨੂੰ ਆਪਣੇ ਜਿਹੜੇ ਹੈਗੇ ਆ ਫੂਡ ਗ੍ਰੇਨਸ ਦੇ ਵਿੱਚ ਆਤਮ ਨਿਰਭਰ ਕੀਤਾ ਹੈਗਾ। ਆਤਮ ਨਿਰਭਰ ਤੋਂ ਇਲਾਵਾ ਜਿਹੜਾ ਹੈ ਸਰਪਲਸ ਕ੍ਰੀਏਟ ਕਰਕੇ ਦਿੱਤਾ ਕਿ ਅਸੀਂ ਬਾਹਰ ਜਿਹੜਾ ਹੈਗਾ ਐਕਸਪੋਰਟ ਕਰ ਰਹੇ ਹਾਂ, ਇਹਨਾਂ ਦੀ ਡਿਮਾਂਡ ਮੀਟ ਕਰ ਰਹੇ ਹਾਂ, ਠੀਕ ਹੈ, ਤੋਂ ਘੱਟ ਆਪਦੇ ਜੋਗੇ ਹੈਗੇ ਆ। ਸੋ ਉਹ ਅਕੁਸ਼ਲ ਕਿਵੇਂ ਹੋ ਗਏ? ਨਾਲੇ ਇੰਡਸਟਰੀ ਕਿੱਡੀ ਕਿ ਐਫੀਸ਼ੀਐਂਟ ਹੈਗੀ ਹੈ, ਜਿਹੜੀ 24 ਘੰਟੇ ਕਦੇ ਸਬਸਿਡੀ ਦੇ ਦਿਓ, ਕਦੇ ਇਨਸੈਂਟਿਵ ਦੇ ਦਿਓ, ਕਦੇ ਆਹ ਦੇ ਦਿਓ, ਸਰਕਾਰਾਂ ਤੋਂ ਹੀ ਮਿਲਦੀ, ਲੋਕਾਂ ਦੇ ਟੈਕਸ ਦਾ ਹੀ ਪੈਸਾ ਉਹ ਵੀ। ਅਤੇ ਜੇ ਤੁਸੀਂ ਇੰਨੇ ਐਫੀਸ਼ੀਐਂਟ ਹੋ ਤਾਂ ਤੁਸੀਂ ਆਪਣੀ ਲਾਈਨ ਦੇ ਵਿੱਚ ਪ੍ਰੋਫੀਸ਼ੀਐਂਸੀ ਕੱਢੋ ਨਾ, ਉੱਥੇ ਸਰਕਾਰ ਤੋਂ ਮਦਦ ਨਾ ਲਓ, ਸਗੋਂ ਸਰਕਾਰ ਨੂੰ ਪੈਸਾ ਦਿਓ ਕਿ ਲੋਕਾਂ ਦਾ ਟੈਕਸ ਘਟਾਓ, ਅਸੀਂ ਤੁਹਾਨੂੰ ਪੈਸਾ ਕਮਾ ਕੇ ਦਿੰਦੇ ਹਾਂ, ਅਸੀਂ ਐਫੀਸ਼ੀਐਂਸੀ ਤਾਂ ਮੰਨੀਏ ਉਹਦੀ, ਠੀਕ ਹੈ। ਸੋ ਉਹ ਚੀਜ਼ ਨਹੀਂ ਹੋ ਰਹੀ। ਬਟ ਹੁਣ ਕੀ ਹੈ ਅਸਲ ਦੇ ਵਿੱਚ ਜਿਹੜੇ ਅਦਾਰੇ ਹੈਗੇ ਹੈ ICAR ਦੇ, ਉਹਨਾਂ ਦੀਆਂ ਪ੍ਰਾਈਮ ਪ੍ਰੋਪਰਟੀਜ਼, ਵੱਡੀਆਂ ਬਿਲਡਿੰਗਾਂ ਬੜੀ ਪ੍ਰਾਈਮ ਲੋਕੇਸ਼ਨ 'ਤੇ ਪਈਆਂ ਹੈਗੀਆਂ, ਜਿਨ੍ਹਾਂ ਦੀ ਕਰੋੜਾਂ ਅਰਬਾਂ ਦੇ ਵਿੱਚ ਕੀਮਤ ਹੈ, ਉਹ ਨਾਲ ਦੀ ਨਾਲ ਉਹਨਾਂ ਦੇ ਨਾਲ ਚਲੀਆਂ ਗਈਆਂ। ਹੌਲੀ ਹੌਲੀ ਜਦੋਂ ਨਿੱਜੀਕਰਨ ਵੱਧਦਾ ਗਿਆ, ਹੋ ਸਕਦਾ ਉਹ ਕਾਬਜ਼ ਕਰ ਲਈਏ। ਹੁਣ ਇਹਦੇ 'ਚ ਮੈਂ ਇਕੱਲੀ ਇੱਥੋਂ ਦੀ ਗੱਲ ਨਹੀਂ ਕਹਿੰਦਾ, ਮੈਂ ਇਹਦੀ ਰੈਫਰੈਂਸ ਜੇ ਲੈ ਕੇ ਜਾਵਾਂ ਤਾਂ ਮੈਂ ਇੰਟਰਨੈਸ਼ਨਲ ਲੈਵਲ 'ਤੇ ਆਪਾਂ ਚੱਲੀਏ ਕਿ ਬਾਹਰ ਕੀ ਹੋ ਰਿਹਾ, ਠੀਕ ਹੈ। ਕਿਉਂ ਇਹ ਖਦਸ਼ਾ ਸਾਡੇ ਲਈ ਹੈਗਾ ਕਿ ਸਾਨੂੰ ਇਹ ਸੋਚਣ 'ਤੇ ਮਜਬੂਰ ਕਰਦਾ ਵੀ ਇਹ ਕਿਤੇ ਨਿੱਜੀਕਰਨ ਸਾਨੂੰ ਖ਼ਤਮ ਨਾ ਕਰ ਦੇ। ਕਿਉਂਕਿ ਜੇ ਮੈਂ ਗੱਲ ਗੈਟ ਦੀ ਕਰਾਂ, ਠੀਕ ਹੈ, ਗੈਟ ਦੇ ਵਿੱਚ ਜਿਹੜਾ ਖੇਤੀ ਅਤੇ ਸਿਹਤ ਨੂੰ ਕਦੇ ਵੀ ਇੰਟੈਂਟ ਥੱਲੇ ਲਿਆਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਜਿੰਨੀ ਦੇਰ ਗੈਟ ਰਿਹਾ। ਹਾਂ, ਉਹਦੇ ਵਿੱਚ ਜਿਹੜੇ ਵਿਕਸਿਤ ਦੇਸ਼ਾਂ ਨੂੰ ਇਹ ਮਨਜ਼ੂਰ ਨਹੀਂ ਸੀਗਾ, ਉਹਨਾਂ ਨੇ ਫਿਰ ਟੇਢੇ ਢੰਗ ਤਰੀਕੇ ਨਾਲ ਇਹਨੂੰ ਸਿਊ ਜੈਨਰਸਿਸ ਦੇ ਥੱਲੇ ਲਿਆਂਦਾ। ਸਿਊ ਜੈਨਰਸਿਸ ਦੇ ਵਿੱਚ ਲਿਆ ਕੇ ਉਹਨਾਂ ਨੇ ਇੱਕ ਜਿਹੜੀ ਆਰਗੇਨਾਈਜੇਸ਼ਨ ਬਣਾਈ, ਉਹਨੂੰ ਮੋਡੀਫਾਈ ਕਰਕੇ ਰੱਖਿਆ, ਇੰਟਰਨੈਸ਼ਨਲ ਯੂਨੀਅਨ ਫਾਰ ਪ੍ਰੋਡਕਸ਼ਨ ਆਫ ਨਿਊ ਵਰਾਇਟੀਜ਼ ਆਫ ਪਲਾਂਟਸ, UPOV। ਇਸ ਤਹਿਤ ਉਹਨਾਂ ਨੇ ਕੀ ਕੀਤਾ ਕਿ ਜਿਹੜੀ ਗੱਲ ਹੁਣ ਸੀਗੀ ਕਿ ਜਿਹੜੇ ਇਹਦੇ 'ਚ ਵਿੱਚ ਨਹੀਂ ਲਿਆਂਦਾ ਗਿਆ, ਉਹਨਾਂ ਨੇ ਪਹਿਲਾਂ ਪਲਾਂਟ ਬਰੀਡਰ ਦੀ ਜਿਹੜੀ ਹੈਗੀ ਆ ਸਿਊ ਜੈਨਰਸਿਸ ਦੇ ਤਹਿਤ ਪਲਾਂਟ ਬਰੀਡਰ ਨੂੰ ਲਿਆ ਹੀ ਵਿੱਚ ਕਿ ਪਲਾਂਟ ਬਰੀਡਰ ਦੀ ਪ੍ਰੋਟੈਕਸ਼ਨ ਲੈਣੀ ਹੈ, ਉਨੇ ਕੁ ਪੇਟੈਂਟ ਸਾਡੇ ਚਾਹੀਦੇ ਆ। ਉਦੋਂ ਅੱਗੇ ਜਿਹੜੀ ਇਹ ਆਰਗੇਨਾਈਜੇਸ਼ਨ UPOV ਬਣਾ ਲਈ। UPO ਦੇ ਵਿੱਚ ਜਿਹੜੇ ਪਹਿਲਾਂ ਅਸੀਂ ਰਾਈਟਸ ਉਹ ਦਿੱਤੇ ਸੀਗੇ ਕਿ ਜੇ ਕੋਈ ਹੋਰ ਪਲਾਂਟ ਬਰੀਡਰ ਉਸ ਚੀਜ਼ ਨੂੰ ਵਰਤ ਕੇ ਕੋਈ ਟਰੇਟ ਵਰਤ ਕੇ ਕੋਈ ਨਵੀਂ ਵੈਰਾਈਟੀ ਕੱਢਦਾ ਹੈ ਤਾਂ ਉਹਨੂੰ ਜਿਹੜੀ ਹੈ ਰਾਇਲਟੀ ਨਹੀਂ ਦੇਣੀ ਪਊਗੀ ਉਹਦੇ 'ਤੇ, ਠੀਕ ਹੈ, ਉਹ ਵਰਤ ਸਕਦਾ ਹੈਗਾ। ਇਸੇ ਤਰ੍ਹਾਂ ਕਿਸਾਨ ਆਪਣਾ ਬੀਜ ਜਿਹੜਾ ਖਰੀਦਦਾ ਹੈਗਾ ਉਹਨੂੰ ਦੁਬਾਰਾ ਬੀਜ ਲਈ ਰੱਖ ਸਕਦਾ ਹੈਗਾ ਅਤੇ ਦੂਜੇ ਕਿਸਾਨਾਂ ਨੂੰ ਵੀ ਬੀਜ ਦੇ ਸਕਦਾ। ਇਹ ਸਿਊ ਜੈਨਰਸਿਸ ਦੇ ਸੀਗਾ। ਪਰ UPOV ਦੇ ਅੰਡਰ ਇਹਨੂੰ ਕੀ ਕਰਤਾ ਕਿ ਇਹ ਚੀਜ਼ਾਂ ਹੁਣ ਖ਼ਤਮ ਕਰੀਏ। 1978 ਵਿੱਚ ਤਕਰੀਬਨ ਇਹਨਾਂ ਨੇ ਮੋਨੋਪਲੀ ਲੈ ਲਈ ਅਤੇ ਇਹ ਕਰਤਾ ਗਿਆ ਕਿ 1991 ਤੱਕ ਆ ਕੇ 1978 ਦੇ ਵਿੱਚ ਮੈਂ ਇੱਕ ਹੋਰ ਰੈਫਰੈਂਸ ਦੇ ਦਿਆਂ ਕਿ ਅਮਰੀਕਾ ਨੂੰ ਵੀ ਆਪਣੇ ਨਾਲ ਰਲਿਆ, ਪਰ ਅਮਰੀਕਾ ਨੇ ਆਪਣਾ ਉਸ ਵਕਤ ਕਾਨੂੰਨ ਨਹੀਂ ਬਦਲਿਆ। ਉਹਦੇ 'ਚ ਉਹਨਾਂ ਨੇ ਇਹ ਰੱਖਿਆ ਕਿ ਕਿਸਾਨ ਆਪਣਾ ਵੀ ਲਾ ਸਕਦਾ ਅਤੇ ਕਿਸਾਨ ਦੂਜੇ ਕਿਸਾਨਾਂ ਨੂੰ ਵੀ ਉਸ ਦਾ ਬੀਜ ਬਣਾ ਕੇ ਦੇ ਸਕਦਾ ਹੈਗਾ। ਸੋ ਅਮਰੀਕਾ ਨੇ ਉਹਨੂੰ ਨਾਲ ਇਹਨਾਂ ਨੇ ਲੈ ਲਿਆ, ਪਰ ਅਮਰੀਕਾ ਦਾ ਇਹ ਕਾਨੂੰਨ ਰਿਹਾ। 1991 ਦੇ ਵਿੱਚ ਆ ਕੇ ਇਹਨਾਂ ਨੇ ਰੌਲਾ ਪਾਇਆ ਕਿ ਇਹ ਕੰਮ ਵੀ ਨਹੀਂ ਠੀਕ ਆਉਂਦਾ, ਹੁਣ ਪਲਾਂਟ ਬਰੀਡਰ ਤੋਂ ਵੀ ਅਸੀਂ ਪੈਸੇ ਲੈਣੇ ਹੈਗੇ ਆ ਅਤੇ ਕਿਸਾਨਾਂ ਦਾ ਵੀ ਬੰਦ ਕਰਨਾ ਹੈ। ਅਤੇ ਜਿਹੜਾ WTO 1995 'ਚ ਬਣਿਆ ਅਤੇ ਉਹਦੇ 'ਚ ਇਹ ਫਾਈਨਲ ਲੈ ਆਏ ਕਿ ਹੁਣ ਅਸੀਂ ਇਹ ਚੀਜ਼ ਪਾਸ ਕਰਾ ਲਈ, ਹੁਣ ਇਹ ਤੋਂ ਬਾਅਦ ਨਹੀਂ ਹੋਏਗਾ। ਅਤੇ ਪਾਸ ਕਰਾਉਂਦਿਆਂ ਹੀ ਜਿਹੜੀ ਇੱਕ ਹੈਗੀ ਹੈ ਬ੍ਰਿਟਿਸ਼ ਸੁਸਾਇਟੀ ਫਾਰ ਪਲਾਂਟ ਪ੍ਰੋਟੈਕਸ਼ਨ ਨੇ 1995 ਦੇ ਵਿੱਚ ਜਿਹੜੇ ਸਕਾਟਲੈਂਡ ਦੇ ਕਿਸਾਨਾਂ ਦੇ ਉੱਤੇ ਕੇਸ ਕਰਤਾ ਕਿ ਇਹ ਆਲੂਆਂ ਦਾ ਬੀਜ ਬਣਾ ਕੇ
ਜਿਹੜਾ ਸਾਡੇ ਤੋਂ ਇਹਨਾਂ ਨੇ ਬੀ ਲਿਆ ਸੀ ਉਹਦਾ ਅੱਗੋਂ ਬੀ ਬਣਾ ਕੇ ਦੂਜੇ ਕਿਸਾਨਾਂ ਨੂੰ ਵੇਚ ਰਹੇ ਹੈ। ਠੀਕ ਹੈ, ਉਹਨਾਂ ਦੇ ਕੇਸ ਕਰਤਾ। ਉਹਨਾਂ ਕਿਸਾਨਾਂ 'ਤੇ ਕੋਰਟ ਨੇ ਜਿਹੜਾ ਹੈਗਾ 30,000 ਪਾਉਂਡ ਉਸ ਵੇਲੇ ਜੁਰਮਾਨਾ ਲਾਇਆ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਅਮਰੀਕਨ ਕੰਪਨੀ ਐਸਗਰੋ ਨੇ ਇੱਕ ਕਿਸਾਨ ਅਤੇ ਉਸਦੀ ਪਤਨੀ ਜਿਨ੍ਹਾਂ ਨੂੰ ਵਿੰਟਰਬੋਰ ਦੇ ਨਾਮ ਨਾਲ ਜਾਣਿਆ ਜਾਂਦਾ ਅਤੇ ਕੇਸ ਬੜਾ ਮਸ਼ਹੂਰ ਹੋਇਆ ਐਸਗਰੋ ਵਰਸਿਸ ਵਿੰਟਰਬੋਰ। ਉਹਨਾਂ ਨੂੰ ਵੀ ਜਿਹੜਾ ਹੈਗਾ ਅਤੇ ਕੇਸ ਵਿੰਟਰਬੋਰ 'ਤੇ ਕੇਸ ਕਰਤਾ ਕਿਉਂਕਿ ਵਿੰਟਰਬੋਰ ਨੇ ਸੋਇਆਬੀਨ ਦਾ ਬੀ ਲਿਆ ਸੀ ਐਸਗਰੋ ਤੋਂ। ਉਹਨਾਂ ਨੇ ਦੇਖਿਆ ਕਿ ਇਹ ਸੋਇਆਬੀਨ ਦਾ ਬੀ ਹੈਗਾ, ਇਹਨੂੰ ਅਸੀਂ ਜੇ ਸਾਫ਼ ਕਰ ਲਈਏ ਚੱਟ ਲਈਏ ਆਪਦੇ ਲਈ ਵੀ ਰੱਖਣਾ ਅਤੇ ਲੋਕਾਂ ਨੂੰ ਵੀ ਵੇਚ ਦਈਏ। ਉਹਨਾਂ ਨੇ ਇੱਕ ਮਸ਼ੀਨ ਛੋਟੀ ਲਾ ਕੇ ਸਾਫ਼ ਸਫਾਈ ਕਰਕੇ ਅੱਗੋਂ ਵੇਚਣਾ ਸ਼ੁਰੂ ਕਰਤਾ। ਸੋ ਅਮਰੀਕਾ ਦੀ ਐਸਗਰੋ ਕੰਪਨੀ ਨੇ ਉਹਨਾਂ 'ਤੇ ਕੇਸ ਕਰਤਾ, ਪਰ ਉਸ ਵੇਲੇ ਵਿੰਟਰਬੋਰ ਕੇਸ ਜਿੱਤ ਗਏ ਕਿਉਂਕਿ ਅਮਰੀਕਾ ਦੇ ਵਿੱਚ ਜਦੋਂ 1978 'ਚ ਵੀ ਆਏ ਸੀ ਅਮਰੀਕਾ ਨੇ, ਮੈਂ ਕਿਹਾ ਸੀ, ਕਾਨੂੰਨ ਨਹੀਂ ਬਦਲਿਆ, ਯਾਨੀ ਕਿ ਜਿਹੜਾ ਕਿਸਾਨ ਹੈ ਉਹ ਦੂਜੇ ਕਿਸਾਨਾਂ ਨੂੰ ਉਸੇ ਵਿੱਚ ਕੰਪਨੀ ਤੋਂ ਲਿਆ ਵੀ ਅਗਲੀ ਵਾਰੀ ਬਣਾ ਕੇ ਵੇਚ ਸਕਦਾ ਹੈਗਾ। ਸੋ ਉੱਥੇ ਤਾਂ ਉਹ ਐਸਗਰੋ ਕੰਪਨੀ ਕੇਸ ਹਾਰ ਗਈ, ਵਿੰਟਰਬੋਰ ਕੇਸ ਜਿੱਤ ਗਏ। ਬਟ ਉਦੋਂ ਬਾਅਦ ਕਾਰਪੋਰੇਟ ਨੇ ਜਿਹੜਾ ਵਿੰਟਰਬੋਰ ਨੂੰ ਆਪਣਾ ਜਿਹੜਾ ਹੈਗਾ ਉਹ ਵਰਗੇ ਚੀਜ਼ਾਂ ਨੂੰ ਇਹਦਾ ਕਾਨੂੰਨ ਹੀ ਬਦਲਾਤਾ ਅਮਰੀਕਨ ਸਰਕਾਰ ਤੋਂ ਕਿ ਇੱਧਰ ਵਿੰਟਰਬੋਰ ਵਰਗੇ ਹੋਰ ਪੈਦਾ ਹੋਣਗੇ, ਅਸੀਂ ਕਾਨੂੰਨ ਹੀ ਬਦਲਾ ਦਈਏ ਕਿ ਕੋਈ ਵੀ ਬੰਦਾ ਕਿਸੇ ਨੂੰ ਵਰਤ ਕੇ ਉਹਦਾ ਬੀਜ ਨਾ ਆਪਦੇ ਲਈ ਵਰਤ ਸਕਦਾ ਨਾ ਕਿਸੇ ਹੋਰ ਲਈ ਵਰਤ ਸਕਦਾ। ਹੁਣ ਇਹਨਾਂ ਕੰਪਨੀਆਂ ਦਾ ਤੁਸੀਂ ਕਿੱਦਾਂ ਕਰੋਗੇ? ਇਹ ਤਾਂ ਦੇਖੋ ਜਿਹੜੀ ਟੈਕ ਰਾਈਸ ਕੰਪਨੀ ਹੈਗੀ ਅਮਰੀਕਾ ਦੀ, ਉਹਨੇ ਸਾਡੀ ਬਾਸਮਤੀ ਪੇਟੈਂਟ ਕਰਾ ਲਈ 1997 ਦੇ ਵਿੱਚ। ਉਹਦਾ ਨਾਮ ਦੋ ਚੀਜ਼ਾਂ ਬ੍ਰਾਂਡ ਨਾਮ ਥੱਲੇ ਵੇਚਣਾ ਸ਼ੁਰੂ ਕਰਤਾ, ਟੈਕਸਮਤੀ ਅਤੇ ਕਾਸਮਤੀ। ਟੈਕਸਮਤੀ ਯਾਨੀ ਕਿ ਅਮਰੀਕਨ ਸਟਾਈਲ ਰਾਈਸ ਅਤੇ ਕਾਸਮਤੀ ਇੰਡੀਅਨ ਸਟਾਈਲ ਰਾਈਸ। ਭਾਰਤ ਸਰਕਾਰ ਨੇ 2000 ਦੇ ਵਿੱਚ WTO ਦੇ ਵਿੱਚ ਕੇਸ ਝਗੜਿਆ ਅਤੇ ਉਹਦੇ ਵਿੱਚੋਂ ਸਿਰਫ ਝਗੜ ਕੇ 3 ਵਰਾਇਟੀਆਂ ਨੂੰ ਬਾਹਰ ਕੱਢਿਆ ਗਿਆ, BAS 867 ਅਤੇ RT 117, RT 121 ਇਹਨਾਂ ਨੂੰ ਬਾਹਰ ਕਰ ਦਿੱਤਾ ਗਿਆ, ਬਾਕੀਆਂ ਦਾ ਨਹੀਂ। ਸੋ ਉਹ ਉੱਥੇ ਹੋ ਗਈ। ਇਸੇ ਤਰ੍ਹਾਂ ਸਾਡੀ ਨੀਮ ਹਲਦੀ ਵੀ ਪੇਟੈਂਟ ਹੈ। ਸੋ ਉਹ ਤਾਂ ਸਰਕਾਰ ਦਾ ਜੇ ਝਗੜ ਰਹੀ ਹੈ ਤਾਂ ਨਹੀਂ ਉਹਨਾਂ ਕੁਛ ਬਣ ਰਿਹਾ, ਅਤੇ ਆਮ ਕਿਸਾਨ ਝਗੜੂਗਾ ਉਹਦਾ ਕੀ ਬਣਨਾ ਹੈਗਾ। ਅਤੇ ਪਹਿਲੀ ਗੱਲ, ਸਾਡੇ ਜਿਹੜੇ ਕਿਸਾਨ ਹੈਗੇ ਆ ਉਹ ਤਾਂ 85% ਛੋਟੇ ਕਿਸਾਨ ਆ, ਉਹ ਇਹਨਾਂ ਕਾਰਪੋਰੇਟ ਦੇ ਨਾਲ ਕਿੱਥੋਂ ਝਗੜ ਲੈਣਗੇ। ਦੂਜਾ, ਉਹਨਾਂ ਨੂੰ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਦਾ ਨਹੀਂ ਪਤਾ। ਸੋ ਮੈਨੂੰ ਇਹ ਸਮਝ ਨਹੀਂ ਆਈ, ਜਦੋਂ ਇੰਨੇ ਦੇ ਵਿੱਚ ਇੰਨਾ ਵਧੀਆ ਕੰਮ ਇਹ ਸੰਸਥਾ ਕਰ ਰਹੀ ਹੈ, ਅਤੇ ਫਿਰ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਇਸ ਸੰਸਥਾ ਨੂੰ ਆਪਸ ਦੇ ਵਿੱਚ ਜਿਹੜਾ ਨਿੱਜੀਕਰਨ ਦੇ ਵੱਲ ਜਾਂ ਜਿਹੜੀ ਹੈਗੀ ਹੈ ਉਹ ਪ੍ਰਾਈਵੇਟ ਕੰਪਨੀਆਂ ਨਾਲ ਹਿੱਸੇਦਾਰੀ ਦੀ ਲੋੜ ਕੀ ਹੈਗੀ ਹੈ। ਠੀਕ ਹੈ ਨੇ, ਸਰਕਾਰ ਜੇ ਇਹਦੇ 'ਚੋਂ ਵੀ ਆਪਦਾ ਬਜਟ ਬਣਾਉਣਾ ਚਾਹੁੰਦੀ ਹੈ ਤਾਂ ਫਿਰ ਸ਼ਾਇਦ ਸਰਕਾਰ ਨੂੰ ਸੋਚਣ ਦੀ ਲੋੜ ਹੈ, ਕਿਉਂਕਿ ਖਾਣਾ ਇੱਕ ਇਹੋ ਜਿਹੀ ਚੀਜ਼ ਹੈ ਅਤੇ ਸਾਡੀ ਆਬਾਦੀ ਸਭ ਤੋਂ ਜ਼ਿਆਦਾ ਹੈ ਅਤੇ ਇਹ ਸਾਡੀ ਫੂਡ ਸਿਕਿਉਰਿਟੀ 'ਤੇ ਵੀ ਕਿਤੇ ਨਾ ਕਿਤੇ ਖਤਰਾ ਆ ਸਕਦਾ। ਹੁਣ ਮੈਂ ਕਿਸਾਨਾਂ ਲਈ ਕੀ ਕੁਛ ਹੈਗਾ ਉਹਦੇ 'ਤੇ ਗੱਲ ਕਰਾਂ। ਕਿਸਾਨਾਂ ਦਾ ਜਦੋਂ ਇਹ ਚੀਜ਼ ਹੋ ਗਈ ਕਿ ਉਹਨਾਂ ਨੇ ਹਰ ਵਾਰੀ ਬੀਜ ਨਵਾਂ ਲੈਣਾ ਹੈਗਾ, ਠੀਕ ਹੈ, ਕੰਪਨੀ ਤੋਂ ਲੈਣਾ, ਅਤੇ ਉਹਦੇ ਨਾਲ ਉਹਨਾਂ ਦਾ ਲਾਗਤ ਮੁੱਲ ਵੱਧ ਜੂਗਾ, ਇਨਪੁਟ ਕਾਸਟ ਵੱਧ ਗਈ, ਅਤੇ ਕੰਪਨੀ ਨੂੰ ਹਰ ਵਾਰੀ ਮਹਿੰਗਾ ਬੀਜ ਉਹ ਲੈ ਕੇ ਪਾਉਣਗੇ। ਉਹਨਾਂ ਦਾ ਜੇ ਉਹਨਾਂ ਨੂੰ ਕੀਮਤ ਉਹਦੇ ਹਿਸਾਬ ਨਾਲ ਨਾ ਮਿਲੀ ਤਾਂ ਉਹਨਾਂ ਦਾ ਤਾਂ ਜਿਹੜਾ ਕੁਛ ਉਹਨਾਂ ਨੂੰ ਪੈਸੇ ਬਚਣੇ ਨਹੀਂ ਗੇ। ਅਸੀਂ ਆਮਦਨ ਦੁੱਗਣੀ ਦੀ ਗੱਲ ਕਰਦੇ ਹਾਂ, ਮੈਨੂੰ ਉਨੀ ਰਹਿੰਦੀ ਇਹਦੇ ਨਾਲ ਨਹੀਂ ਨਜ਼ਰ ਆਉਂਦੀ। ਠੀਕ ਹੈ, ਸੋ ਦੂਸਰੀ ਗੱਲ ਹੈ, ਜੇ ਉਹਨਾਂ ਦਾ ਅਸੀਂ ਭਾਅ ਵਧਾ ਕੇ ਦਿੰਦੇ ਹਾਂ ਅਤੇ ਫਿਰ ਰੌਲਾ ਪੈ ਜਾਣਾ ਕਿ ਮਹਿੰਗਾਈ ਵੱਧ ਗਈ, ਉਹ ਲੋਕਾਂ 'ਤੇ ਵੀ ਅਸਰ ਪੈਣਾ ਹੈਗਾ, ਇੱਥੇ ਨਹੀਂ ਸਰਕਾਰ ਨੇ ਕਰਨਾ। ਲੈ ਦੇ ਕੇ ਇਹ ਜ਼ਮੀਨਾਂ ਫਿਰ ਕਿਸਾਨਾਂ ਦੀਆਂ ਜਿਹੜੀਆਂ ਹੈਗੀਆਂ ਜਾਂ ਵੇਚ ਕੇ ਭੱਜਣਗੇ ਜਾਂ ਕੁਰਕੀ ਕਰਨਗੇ। ਦੋਨਾਂ ਦੇ ਵਿੱਚ ਕਾਰਪੋਰੇਟ ਨੂੰ ਫਾਇਦਾ ਕਿ ਉਹ ਸਾਰਾ ਕੰਟਰੋਲ ਕਰ ਲਿਆ। ਹੁਣ ਜੇ ਕਿਤੇ ਸਰਕਾਰ ਇਹ ਕਵੇ ਕਿ ਨਹੀਂ ਜੀ, ਉਹਦੀ ਜੇ ਰਾਇਲਟੀ ਹੋਏਗੀ ਜਿਹੜੀ ਕਿਸਾਨਾਂ ਨੂੰ ਦੇਣਾ, ਅਸੀਂ ਉਹਦੀ ਰਾਇਲਟੀ ਪੇ ਕਰਾਂਗੇ, ਤਾਂ ਵੀ ਉਹ ਲੋਕਾਂ ਦੇ ਟੈਕਸ ਦੇ ਪੈਸੇ ਦੇ ਨਾਲ ਹੀ ਪੇ ਕਰਨੀ ਹੈ, ਯਾਨੀ ਕਿ ਲੋਕਾਂ ਦੇ ਸਿਰ 'ਤੇ ਪੈ ਜੂ। ਸੋ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਚੀਜ਼ ਇਸ ਵਕਤ ਸੋਚਣੀ ਚਾਹੀਦੀ ਹੈ ਕਿ ਇਹ ਸੰਸਥਾ ਕਿਹੜੇ ਪਾਸੇ ਨੂੰ ਤੁਰ ਰਹੀ ਹੈ। ਸਾਡਾ ਜਿਹੜਾ ਇੰਨਾ ਵਧੀਆ ਕੰਮ ਹੋ ਰਿਹਾ ਹੈ ਉਹਦੇ ਸਾਨੂੰ ਨਿੱਜੀਕਰਨ ਦੀ ਲੋੜ ਨਹੀਂ। ਹਾਂ, ਜੇ ਉਹਨਾਂ ਨੇ ਕੋਈ ਸਾਡੇ ਤੋਂ ਕੰਮ ਜਿਹੜੇ ਅਦਾਰੇ ਤੋਂ ਕੰਮ ਕਰਾਉਣਾ ਤਾਂ ਉਹ ਅੱਗੇ ਮੈਨੂੰ ਪ੍ਰੋਜੈਕਟ ਸਪਾਂਸਰ ਕਰ ਦੇਣ ਅਤੇ ਉਹ ਕੰਮ ਹੋ ਜਾਏਗਾ ਅਤੇ ਦੇਣ। ਦੂਜੀ ਗੱਲ ਹੈ ਕਿ ਜੇ ਉਹਨਾਂ ਦਾ ਦਿਲ ਕਰਦਾ ਹੈ ਪੈਸੇ ਦੇਣ ਨੂੰ ਕਿ ਅਸੀਂ ਸਮਾਜ ਸੇਵਾ ਦੇ ਵਿੱਚ ਲਾਈਏ, ਤਾਂ ਉਹ ਇਹੋ ਜਿਹੀ ਖੋਜ ਕਰਕੇ ਆਪ ਹੀ ਕੱਢ ਕੇ ਦੇਣ, ਉਹ ਪੈਸਾ ਲਾ ਕੇ। ਉਹਨਾਂ ਕੋਲ ਵੀ ਸਾਇੰਟਿਸਟ ਹੈਗੇ ਆ, ਲੈਬ ਹੈਗੀਆਂ, ਉਹ ਦੇਣ ਅਤੇ ਲੋਕਾਂ ਦੀ ਸੇਵਾ ਲਈ ਉਹ ਚੀਜ਼ ਕਰ ਦੇਣ।
ਠੀਕ ਹੈ। ਉਹਦੇ 'ਚ ਇਹ ਅਦਾਰਾ ਆਪਣਾ ਕੰਮ ਕਰੇ, ਉਹ ਅਦਾਰਾ ਆਪਣਾ ਕੰਮ ਕਰੇ। ਸੋ ਅਸੀਂ ਕਿੱਥੇ ਵੀ ਉਹਦੇ 'ਚ ਸਾਨੂੰ ਲੋੜ ਨਹੀਂ। ਨਾਲੇ ਹੋਰ ਬੜੇ ਢੰਗ ਤਰੀਕੇ ਆ ਉਹਨਾਂ ਨੂੰ ਦੇਣ ਦੇ, ਜੇ ਵਾਤਾਵਰਨ ਬਚਾਉਣਾ ਹੈਗਾ, ਹੋਰ ਕਰਨਾ। ਸੋ ਕਿਤੇ ਨਾ ਕਿਤੇ ਇਹਦੇ ਵਿੱਚ ਸਾਰੀ ਦੇ ਵਿੱਚ ਕਾਰਪੋਰੇਟ ਦੀ ਨਿਗਾਹ ਜਿਹੜੀ ਹੈਗੀ ਹੈ ਉਹ ਫੂਡ ਕੰਟਰੋਲ ਕਰਨ 'ਤੇ ਹੈ, ਕਿਉਂਕਿ ਫੂਡ ਕੰਟਰੋਲ ਹੋ ਗਿਆ ਤਾਂ ਦੇਸ਼ ਕੰਟਰੋਲ ਹੋ ਗਿਆ। ਦੂਜਾ, ਇਸ ਅਦਾਰੇ ਦੀਆਂ ਜਿੰਨੀਆਂ ਜਾਇਦਾਦਾਂ ਪਈਆਂ ਹੈਗੀਆਂ, ਇਨਫਰਾਸਟਰਕਚਰ ਪਿਆ, ਉਹ ਬਹੁਤ ਕੀਮਤੀ ਹੈਗਾ, ਹੌਲੀ ਹੌਲੀ ਉਹਦੇ 'ਤੇ ਕਾਬਜ਼ ਨਾ ਹੋ ਜਾਣ। ਸੋ ਸਾਨੂੰ ਇਹ ਧਿਆਨ ਰੱਖਣ ਦੀ ਲੋੜ ਹੈ। ਧੰਨਵਾਦ।